ਹੈਲੋ एवरीवन। ਅੱਜ ਆਪਾਂ ਡਿਸਕਸ ਕਰਾਂਗੇ ਜੋ ਇੰਟਰਵਿਊਜ਼ ਆ ਰਹੀਆਂ ਸਟੱਡੀ ਪਰਮਿਟ ਐਪਲੀਕੇਸ਼ਨਸ ਦੀਆਂ। ਇਸ ਇੰਟਰਵਿਊਜ਼ ਦੇ ਕੀ ਪੁਆਇੰਟਸ ਡਿਸਕਸ ਕਰਾਂਗੇ ਕਿ ਕੀ ਇਹ ਇੰਟਰਵਿਊਜ਼ ਈਜ਼ੀ ਹੋਣਗੀਆਂ ਜਾਂ ਡਿਫਿਕਲਟ ਹੋਣਗੀਆਂ, ਕਿਹੜੀ ਲੈਂਗੁਏਜ ਯੂਜ਼ ਹੋਊ ਇਸ ਇੰਟਰਵਿਊ ਦੇ ਵਿੱਚ, ਕਿਹੜੇ ਤੁਸੀਂ ਡਾਕੂਮੈਂਟਸ ਲੈ ਕੇ ਜਾਣੇ ਹੋਣਗੇ, IMM 5476 ਕਿਹੜਾ ਫਾਰਮ ਹੁੰਦਾ ਐਂਡ ਕਿਹੜੀਆਂ ਗੱਲਾਂ ਦਾ ਤੁਸੀਂ ਈਵਨ ਆਫਟਰ ਯੋਰ ਇੰਟਰਵਿਊ ਧਿਆਨ ਰੱਖਣਾ ਹੋਊਗਾ। ਸੋ ਲੈਟਸ ਬਿਗਿਨ ਟੁਡੇਜ਼ ਡਿਸਕਸ਼ਨ ਅਬਾਊਟ ਦ ਇੰਟਰਵਿਊਜ਼। ਸੋ ਫਸਟ ਆਫ ਆਲ ਤਾਂ ਜੋ ਇੱਕ ਪ੍ਰੈਸ਼ਰ ਬਿਲਡ ਹੋਇਆ ਇਸ ਇੰਟਰਵਿਊਜ਼ ਦੇ ਰਿਲੇਟਿਡ ਸਟੂਡੈਂਟਸ ਦੇ ਵਿੱਚ ਜਾਂ ਐਪਲੀਕੈਂਟਸ ਦੇ ਵਿੱਚ ਕਿ ਕਿਉਂਕਿ ਐਂਡ ਉਸ ਪ੍ਰੈਸ਼ਰ ਦਾ ਇੱਕ ਰੀਜ਼ਨ ਆ ਕਿਉਂਕਿ ਇਹ ਇੱਕ ਆਊਟ ਆਫ ਪ੍ਰੋਸੈਸ ਪਾਰਟ ਆ। ਕਿਉਂ ਲੈਟਸ ਸੇ ਜੇ ਤੁਸੀਂ USA ਦੀ ਵੀਜ਼ਾ ਲਾਇਆ ਹੁੰਦਾ ਤਾਂ ਤੁਹਾਡਾ ਮਾਈਂਡਸੈਟ ਕਿਤੇ ਨਾ ਕਿਤੇ ਬਣਿਆ ਹੁੰਦਾ ਕਿ ਅਸੀਂ ਇਸ ਵੀਜ਼ਾ ਐਪਲੀਕੇਸ਼ਨ ਲਈ ਇੰਟਰਵਿਊ 'ਤੇ ਜਾਣਾ ਹੋਊਗਾ। ਬਟ ਸਟੱਡੀ ਪਰਮਿਟ ਐਪਲੀਕੇਸ਼ਨ ਜੋ ਕੈਨੇਡਾ ਦੀਆਂ ਹੁੰਦੀਆਂ ਇਹਦੇ ਵਿੱਚ ਇੰਟਰਵਿਊਜ਼ ਨਹੀਂ ਹੁੰਦੀਆਂ ਸੀ। ਹੋਰ ਕੇਸਿਸ ਦੇ ਵਿੱਚ ਇੰਟਰਵਿਊਜ਼ ਹੁੰਦੀਆਂ ਸੀ ਬਟ ਸਟੱਡੀ ਵੀਜ਼ਾ ਐਪਲੀਕੇਸ਼ਨ 'ਚ ਨਹੀਂ ਹੁੰਦੀ ਸੀ। ਸੋ ਇੱਕ ਨਵਾਂ ਪਾਰਟ ਆਉਣ ਦੇ ਕਰਕੇ ਵੀ ਇੱਕ ਨਵਾਂ ਪੈਨਿਕ ਆ ਕਿ ਕਿਵੇਂ ਇਹ ਇੰਟਰਵਿਊ ਪ੍ਰੋਸੈਸ ਹੋਣੀਆਂ, ਕੀ ਸਾਡਾ ਵੀਜ਼ਾ ਰਿਫਿਊਜ਼ ਤਾਂ ਨਹੀਂ ਹੋ ਜਾਊਗਾ ਆਫਟਰ ਇੰਟਰਵਿਊ, ਕਿਵੇਂ ਅਸੀਂ ਉਸ ਕੁਐਸਚਨਸ ਦੇ ਆਨਸਰ ਕਰ ਸਕਾਂਗੇ ਜਾਂ ਨਹੀਂ ਕਰ ਸਕਾਂਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਜ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਫਸਟ ਆਫ ਆਲ ਤਾਂ ਇਸ ਚੀਜ਼ ਨੂੰ ਇਸ ਇੰਟਰਵਿਊ ਰਿਲੇਟਿਡ ਪੈਨਿਕ ਜਾਂ ਬਹੁਤ ਜ਼ਿਆਦਾ ਪ੍ਰੈਸ਼ਰ ਬਿਲਡ ਕਰਨ ਦੀ ਨਹੀਂ ਲੋੜ ਹੈ ਕਿਉਂਕਿ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਦੇਖੀਏ ਤਾਂ ਡਿਊਰਿੰਗ ਕੋਵਿਡ ਜਦੋਂ ਕਿ ਔਨਲਾਈਨ ਕਲਾਸਿਸ ਸਟਾਰਟ ਹੋਈਆਂ ਸੀਗੀਆਂ ਤਾਂ ਉਦੋਂ ਇੱਕ ਪੈਨਿਕ ਸੀ ਕਿ ਔਨਲਾਈਨ ਕਲਾਸਿਸ ਕੀ ਅਸੀਂ ਕੰਪਲੀਟ ਕਰ ਸਕਾਂਗੇ। ਬਹੁਤ ਸਟੂਡੈਂਟਸ ਨੇ ਔਨਲਾਈਨ ਕਲਾਸਿਸ ਕੰਪਲੀਟ ਕੀਤੀਆਂ, ਸਮੈਸਟਰਸ ਕੰਪਲੀਟ ਕੀਤੇ। ਫਿਰ AIP ਆਉਣਾ ਸਟਾਰਟ ਹੋਇਆ, ਅਪਰੂਵਲ ਇਨ ਪ੍ਰਿੰਸੀਪਲ। ਉਸ ਦੇ ਰਿਲੇਟਿਡ ਬਹੁਤ ਮਿਸਕਨਸੈਪਸ਼ਨ ਸੀਗੀਆਂ, ਡੀਟੇਲਸ ਬਹੁਤ ਘੱਟ ਸੀ ਸਭ ਕੋਲ ਕਿ ਉਸ ਤੋਂ ਬਾਅਦ ਵੀਜ਼ਾ ਆਊ ਜਾਂ ਨਹੀਂ ਆਊਗਾ ਐਂਡ ਮੈਜੋਰਟੀ ਆਫ ਕੇਸਿਸ ਦੇ ਵਿੱਚ ਵੀਜ਼ਾਸ ਆਏ ਸਟੂਡੈਂਟਸ ਦੇ। ਸੋ ਜਿਵੇਂ ਜਿਵੇਂ ਟਾਈਮ ਨਾਲ ਉਹ ਸਾਰੀਆਂ ਜੋ ਡਾਊਟ ਸੀਗੀਆਂ ਉਹ ਕਲੀਅਰ ਹੁੰਦੀਆਂ ਗਈਆਂ, ਪ੍ਰੈਸ਼ਰ ਜੋ ਸੀ ਉਹ ਘਟਦਾ ਗਿਆ। ਸੋ ਸਿਮਿਲਰ ਕੇਸ ਸਿਨੈਰੀਓ ਵੀ ਇੱਥੇ ਹੈ। ਇਟਸ ਅ ਹਿਊਮਨ ਨੇਚਰ ਕਿ ਜਦੋਂ ਇੱਕ ਰੈਗੂਲਰ ਪ੍ਰੋਸੈਸ ਦੇ ਵਿੱਚ ਕੋਈ ਨਵਾਂ ਪਾਰਟ ਐਡ ਹੋ ਜਾਂਦਾ ਤਾਂ ਆਪਾਂ ਨੂੰ ਪ੍ਰੈਸ਼ਰ ਬਿਲਡ ਹੋਣਾ ਸਟਾਰਟ ਹੋ ਜਾਂਦਾ। ਬਟ ਜਿਹੜੇ ਐਪਲੀਕੈਂਟਸ ਦੀਆਂ ਇੰਟਰਵਿਊਜ਼ ਆ ਚੁੱਕੀਆਂ ਜਾਂ ਜਿਨ੍ਹਾਂ ਦੀਆਂ ਇੰਟਰਵਿਊਜ਼ ਅੱਗੇ ਜਾ ਕੇ ਆਉਣਗੀਆਂ, ਬਹੁਤ ਜ਼ਿਆਦਾ ਤੁਹਾਨੂੰ ਪ੍ਰੈਸ਼ਰ ਬਿਲਡ ਕਰਨ ਦੀ ਨਹੀਂ ਲੋੜ ਹੈ ਕਿਉਂਕਿ ਜੇ ਤੁਸੀਂ ਇੱਕ ਰਾਈਟ ਪ੍ਰੈਪਰੇਸ਼ਨ ਨਾਲ, ਰਾਈਟ ਇਨਫੋਰਮੇਸ਼ਨ ਨਾਲ ਤੁਸੀਂ ਇੰਟਰਵਿਊ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੋਈ ਜ਼ਿਆਦਾ ਵਰੀ ਕਰਨ ਦੀ ਨਹੀਂ ਲੋੜ ਹੋਊਗੀ ਕਿਉਂਕਿ ਜੋ IRCC ਇਸ ਟਾਈਮ ਦੇ ਉੱਤੇ ਵਰਕ ਕਰ ਰਹੀ ਆ, ਇਹ ਚੀਜ਼ ਦਾ ਧਿਆਨ ਰੱਖੋ ਕਿ ਉਹ ਤੁਹਾਡੇ ਅਗੇਂਸਟ ਨਹੀਂ ਵਰਕ ਕਰ ਰਹੀ। ਉਹਨਾਂ ਨੇ ਜੋ ਇੰਟਰਵਿਊ ਸੈਟਅਪ ਕੀਤੀਆਂ ਉਹ ਵੀਜ਼ਾ ਰਿਫਿਊਜ਼ ਕਰਨ ਲਈ ਨਹੀਂ ਕੀਤੀਆਂ ਬਲਕਿ ਇਹ ਮੇਕ ਸ਼ੋਰ ਕਰਨ ਲਈ ਕੀਤੀਆਂ ਕਿ ਜੋ ਤੁਹਾਡੀ ਪਰਪਸ ਆ, ਜੋ ਤੁਸੀਂ ਐਕਸਪ੍ਰੈਸ ਕਰ ਰਹੇ ਹੋ ਉਹ ਜੈਨੂਨੈਸ ਕੀ ਆ, ਜੋ ਡਾਕੂਮੈਂਟੇਸ਼ਨ ਆ ਤੁਹਾਡੀ ਉਹਨਾਂ ਦੀ ਜੈਨੂਨੈਸ ਕੀ ਆ। ਜੇ ਤੁਹਾਡੇ ਡਾਕੂਮੈਂਟੇਸ਼ਨ ਸਾਰੀ ਇਨਫੋਰਮੇਸ਼ਨ ਜੈਨੂਅਨ ਆ ਤੁਹਾਨੂੰ ਕੋਈ ਜ਼ਿਆਦਾ ਵਰੀ ਕਰਨ ਦੀ ਨਹੀਂ ਲੋੜ। ਐਂਡ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੀ ਇੰਟਰਵਿਊ ਆ, ਜੋ ਕੁਐਸਚਨਸ ਹੁੰਦੇ ਆ ਜਿਵੇਂ ਕਿ ਉਹ ਕੀ ਕੁਐਸਚਨਸ ਹੋਣਗੇ। ਸੋ ਆਪਾਂ ਇਹਨਾਂ ਨੂੰ ਸਟੈਪ ਬਾਏ ਸਟੈਪ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਦੇ ਹਾਂ। ਫਸਟ ਆਫ ਆਲ ਤਾਂ ਡਿਸਕਸ ਕਰਦੇ ਹਾਂ ਕਿ ਲੈਂਗੁਏਜ ਕਿਹੜੀ ਹੋਊਗੀ ਇੰਟਰਵਿਊ ਦੇ ਵਿੱਚ। ਸੋ ਅਫੀਸ਼ੀਅਲ ਲੈਂਗੁਏਜਸ ਜਦੋਂ ਤੁਸੀਂ ਫਾਈਲ ਐਪਲੀਕੇਸ਼ਨ ਲਾਉਣੇ ਹੋ ਦੈਟ ਇਜ਼ ਇੰਗਲਿਸ਼ ਔਰ ਫਰੈਂਚ ਐਂਡ ਮੈਜੋਰਟੀ ਕੇਸਿਸ ਇੰਡੀਆ ਦੇ ਵਿੱਚ ਜੋ ਐਪਲੀਕੇਸ਼ਨਸ ਲੱਗਦੀਆਂ ਇੰਗਲਿਸ਼ ਲੈਂਗੁਏਜ ਹੀ ਪਿਕ ਕੀਤੀ ਜਾਂਦੀ ਆ। ਸੋ ਇਸ ਕਰਕੇ ਇੰਗਲਿਸ਼ ਦੇ ਵਿੱਚ ਤੁਹਾਡੀ ਇੰਟਰਵਿਊ ਹੋਊ ਐਂਡ ਦੇਰ ਇਜ਼ ਅ ਸੋਲਿਡ ਰੀਜ਼ਨ ਬਿਹਾਈਂਡ ਇਟ ਕਿਉਂਕਿ ਜਦੋਂ ਤੁਸੀਂ ਆਪਣਾ ਫਾਰਮ ਫਿਲ ਕਰਦੇ ਹੋ ਜਾਂ ਸਬਮਿਸ਼ਨ ਕਰਦੇ ਹੋ ਇੱਕ ਸਟੱਡੀ ਵੀਜ਼ਾ ਐਪਲੀਕੇਸ਼ਨ ਲਾਉਂਦੇ ਹੋ ਤਾਂ ਉਹਦੀ ਰਿਕੁਆਇਰਮੈਂਟ ਹੁੰਦੀ ਆ ਵਿਚ ਇਜ਼ ਲੈਂਗੁਏਜ ਟੈਸਟ ਰਿਕੁਆਇਰਮੈਂਟ, ਚਾਹੇ ਉਹ PT ਹੋਵੇ, ਚਾਹੇ ਉਹ ਆਲਸ ਹੋਵੇ ਜਾਂ ਕੋਈ ਹੋਰ ਲੈਂਗੁਏਜ ਟੈਸਟ ਹੋਵੇ। ਸੋ ਇਸ ਕਰਕੇ ਜੋ ਤੁਹਾਡੀ ਇੰਟਰਵਿਊ ਆਫਿਸਰ ਕੋਲ ਇੱਕ ਚਾਂਸ ਹੋਊਗਾ ਤੁਹਾਡੀ ਲੈਂਗੁਏਜ ਦੇ ਜੋ ਸਕੋਰਸ ਆਏ ਹੋਣਗੇ ਮੇਕ ਸ਼ੋਰ ਕਰਨ ਦਾ ਕਿ ਕੀ ਤੁਹਾਡੀ ਵਾਕਈ ਕੈਪੇਬਿਲਿਟੀਜ਼ ਹੈ ਉਸ ਲੈਂਗੁਏਜ ਸਕੋਰਸ ਰਿਲੇਟਿਡ। ਐਂਡ ਓਬਵੀਅਸ ਆ ਤੁਸੀਂ ਥੋੜ੍ਹੇ ਜਿਹੇ ਪ੍ਰੈਸ਼ਰ ਦੇ ਵਿੱਚ ਹੋਵੋਗੇ ਤਾਂ ਹੋ ਸਕਦਾ ਤੁਹਾਡੇ ਤੋਂ ਸੇਮ ਲੈਵਲ ਜਾਂ ਸੇਮ ਆਊਟਪੁੱਟ ਜੋ ਤੁਸੀਂ ਆਪਣੇ ਲੈਂਗੁਏਜ ਟੈਸਟ ਦੇ ਵਿੱਚ ਦਿੱਤਾ ਸੀ ਡਿਊਰਿੰਗ ਸਪੀਕਿੰਗ ਉਹ ਨਾ ਦਿੱਤਾ ਜਾਵੇ। ਅਤੇ ਐਂਡ ਉਹ ਐਕਸਪੈਕਟ ਵੀ ਨਹੀਂ ਕਰ ਰਹੇ ਹੁੰਦੇ ਕਿ ਤੁਸੀਂ ਸੇਮ ਪਰਫੋਰਮੈਂਸ ਹੀ ਦਿਓ ਆਪਣੀ ਲੈਂਗੁਏਜ ਦੇ ਰਿਲੇਟਿਡ ਬਟ ਤੁਸੀਂ ਆਪਣੀ ਗੱਲ ਨੂੰ ਫੋਲੋ ਕਰਵਾ ਸਕੋ, ਆਪਣੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਡੀਟੇਲ ਦੇ ਵਿੱਚ ਐਕਸਪਲੇਨ ਕਰ ਸਕੋ, ਦੈਟ ਇਜ਼ ਮੋਰ ਦੈਨ ਇਨਫ ਫਸਟ ਆਫ ਆਲ। ਸੋ ਜੇ ਤੁਹਾਡੀ ਇੰਟਰਵਿਊ ਆ ਜਾਂਦੀ ਆ ਸਟਾਰਟ ਪ੍ਰੈਕਟਿਸਿੰਗ ਯੋਰ ਲੈਂਗੁਏਜ ਸਕਿੱਲਸ ਵਨਸ ਅਗੇਨ। ਤੁਹਾਡੇ ਕੋਲ 1 ਵੀਕ ਦਾ ਟਾਈਮ ਆ, 10 ਡੇਜ਼ ਦਾ ਟਾਈਮ ਆ ਜਾਂ ਘੱਟ ਟਾਈਮ ਵੀ ਆ ਤਾਂ ਤੁਸੀਂ ਆਪਣੀ ਲੈਂਗੁਏਜ ਨੂੰ ਪ੍ਰਿਪੇਅਰ ਕਰਨਾ ਸਟਾਰਟ ਕਰ ਦਿਓ ਤਾਂ ਕਿ ਤੁਸੀਂ ਥੋੜ੍ਹੇ ਜਿਹੇ ਫੈਮੀਲੀਅਰ ਹੋ ਜਾਓ ਕੀ ਕੁਐਸਚਨਸ ਹੋ ਸਕਦੇ ਆ, ਕਿਵੇਂ ਉਹਨਾਂ ਦੇ ਆਨਸਰਸ ਦੇਣੇ ਆ। ਐਂਡ ਜੋ ਨੈਕਸਟ ਕੁਐਸਚਨ ਆਉਂਦਾ ਕਿ ਕਿਹੜੇ ਡਾਕੂਮੈਂਟਸ ਤੁਸੀਂ ਲੈ ਕੇ ਜਾਣੇ ਹੋਣਗੇ। ਸੋ ਬੇਸਿਕਲੀ ਤੁਸੀਂ ਥੋਰੋਲੀ ਜੋ ਵੀ ਸਾਰੇ ਡਾਕੂਮੈਂਟਸ ਜੋ ਵੀ ਤੁਸੀਂ ਫਾਰਮਸ ਸਬਮਿਟ ਕੀਤੇ ਹੋਣਗੇ ਆਈ ਵੁੱਡ ਹਾਈਲੀ ਰੈਕਮੈਂਡ ਕਿ ਤੁਸੀਂ ਸਾਰੇ ਫਾਰਮਸ ਦੇ ਪ੍ਰਿੰਟ ਆਊਟਸ ਲੈ ਕੇ ਜਾਓ ਐਂਡ ਫਿਰ ਜੋ ਵੀ ਤੁਸੀਂ ਐਜੂਕੇਸ਼ਨਲ ਡਾਕੂਮੈਂਟਸ ਹੋ ਗਏ, ਤੁਹਾਡੇ ਅਫੀਸ਼ੀਅਲ ਡਾਕੂਮੈਂਟਸ ਹੋ ਗਏ ਉਹ ਸਾਰੇ ਨਾਲ ਲੈ ਕੇ ਜਾਓ। ਐਂਡ ਜੋ ਸਪੋਰਟਿੰਗ ਡਾਕੂਮੈਂਟਸ ਹੋ ਗਏ, ਸਪੋਰਟਿੰਗ ਡਾਕੂਮੈਂਟਸ ਦੇ ਵਿੱਚ ਜਿਵੇਂ ਲੈਟਸ ਸੇ ਜੇ ਤੁਸੀਂ ਕੋਈ ਐਫੀਡੇਵਿਟ ਆਫ ਸਪੋਰਟ ਲਾਇਆ ਜਾਂ ਐਫੀਡੇਵਿਟ ਆਫ ਐਕਸਪਲੇਨੇਸ਼ਨ ਕੋਈ ਲਾਇਆ ਗਾ ਜਾਂ ਫਿਰ ਤੁਸੀਂ ਕੋਈ ਫਾਈਨੈਂਸ਼ੀਅਲ ਡਾਕੂਮੈਂਟਸ ਲਾਏ ਆ, ਬੈਂਕ ਬੈਲੈਂਸ ਸਰਟੀਫਿਕੇਟਸ ਲਾਏ ਆ, ITRs ਲਾਈਆਂ, J ਫਾਰਮਸ ਲਾਏ ਆ
ਐਂਡ ਜੇ ਕੋਈ ਵੀ ਡਾਕੂਮੈਂਟ ਆਈਦਰ ਦੈਨ ਇੰਗਲਿਸ਼ ਔਰ ਫਰੈਂਚ ਤੋਂ ਬਿਨਾਂ ਜੇ ਕਿਸੇ ਹੋਰ ਲੈਂਗੁਏਜ ਦਾ, ਤਾਂ ਉਹਨਾਂ ਦੀਆਂ ਤੁਸੀਂ ऑफिशियल ट्रांसलेशंस लेके जाओ, नोटराइज ट्रांसलेशंस बेसिकली। सो ये सारे डॉक्यूमेंट्स तुसी नाल लेके जाओ। एंड फाइनैशियल डॉक्यूमेंट्स दे रिलेटेड स्पैसीफिकली जे तुसी बैंक बैलेंस सर्टिफिकेट लगाया सी अपने एप्लीकेशन दे टाइम, ਤਾਂ ਇੱਕ ਅਪਡੇਟਿਡ ਬੈਂਕ ਬੈਲੈਂਸ ਸਰਟੀਫਿਕੇਟ ਵੀ ਜ਼ਰੂਰ ਲੈ ਕੇ ਜਾਓ, ਤਾਂ ਕਿ ਤੁਸੀਂ ਆਫਿਸਰ ਨੂੰ ਸ਼ੋਅ ਕਰ ਸਕੋ ਕਿ ਜੋ ਤੁਸੀਂ ਬੈਂਕ ਬੈਲੈਂਸ ਉਸ ਟਾਈਮ ਦੇ ਉੱਤੇ ਸ਼ੋਅ ਕੀਤਾ ਸੀਗਾ ਉਹ ਹੁਣ ਵੀ ਤੁਹਾਡੇ ਕੋਲੇ ਅਵੇਲੇਬਲ ਆ। ਜਦੋਂ ਤੁਸੀਂ ਕੈਨੇਡਾ ਜਾਓਗੇ ਤਾਂ ਤੁਸੀਂ ਉਹ ਬੈਂਕ ਬੈਲੈਂਸ ਨੂੰ ਯੂਜ਼ ਕਰ ਸਕੋਗੇ। ਐਨੀ ਹੋ ਜੇ ਤੁਸੀਂ ਨਹੀਂ ਵੀ ਲੈ ਕੇ ਜਾਂਦੇ, IRCC ਸਟਿਲ ਉਹਨਾਂ ਕੋਲ ਆਥੋਰਾਈਜੇਸ਼ਨ ਹੁੰਦੀ ਆ, ਉਹ ਤੁਹਾਡਾ ਬੈਂਕ ਬੈਲੈਂਸ ਫਿਰ ਵੀ ਚੈੱਕ ਕਰ ਸਕਦੇ ਆ ਤੁਹਾਡੇ ਬੈਂਕ ਨੂੰ ਕੰਟੈਕਟ ਕਰਕੇ, ਕਿਉਂਕਿ ਬੈਂਕ ਬੈਲੈਂਸ ਸਰਟੀਫਿਕੇਟ ਦੇ ਉੱਪਰ ਤੁਹਾਡੀ ਬੈਂਕਿੰਗ ਦੀ ਜੋ ਇਨਫੋਰਮੇਸ਼ਨ ਹੁੰਦੀ ਆ ਉਹ ਪ੍ਰੋਵਾਈਡਡ ਹੁੰਦੀ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਵੀ ਉਹ ਫੋਲੋ ਥਰੂ ਕਰਨਗੇ। ਉਸ ਤੋਂ ਬਾਅਦ ਜੇ ਤੁਸੀਂ ਇਸ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਨੀ ਆ ਤਾਂ ਤੁਸੀਂ ਚੈੱਕਲਿਸਟ ਬਣਾ ਲਓ ਪਹਿਲਾਂ ਕਿ ਤੁਸੀਂ ਕਿਹੜੇ ਡਾਕੂਮੈਂਟ ਸਬਮਿਟ ਕੀਤੇ, ਐਂਡ ਮੇਕ ਸ਼ੋਰ ਕਿ ਤੁਹਾਡੇ ਕੋਲ ਉਹ ਸਾਰੇ ਡਾਕੂਮੈਂਟਸ ਪ੍ਰਿੰਟਡ ਆਊਟ ਹੋਣ। ਇੱਕ ਡਾਕੂਮੈਂਟ ਨੂੰ ਥੋਰਲੀ ਪੜ੍ਹੋ ਕਿ ਕੀ ਤੁਸੀਂ ਜਿਹੜੇ ਤੁਸੀਂ SOP ਸਬਮਿਟ ਕੀਤੀ ਹੈ ਕੀ ਰੀਜ਼ਨਿੰਗ ਦਿੱਤੀ SOP ਦੇ ਵਿੱਚ, ਕਿਵੇਂ ਤੁਸੀਂ ਆਪਣੀ ਜੋ ਐਜੂਕੇਸ਼ਨ ਆ, ਜੋ ਪ੍ਰੋਗਰਾਮ ਆ, ਜੋ ਫਰਦਰ ਸਟੱਡੀਜ਼ ਕਰਨ ਜਾ ਰਹੇ ਹੋ ਉਹਨਾਂ ਨੂੰ ਕਿਵੇਂ ਜਸਟੀਫਿਕੇਸ਼ਨ ਦਿੱਤੀ ਆ, ਤੁਸੀਂ ਕੀ ਪਲਾਨ ਸ਼ੋ ਕੀਤਾ ਕਿ ਤੁਸੀਂ ਇੰਡੀਆ ਵਾਪਸ ਆਓਗੇ ਜਾਂ ਕੈਨੇਡਾ ਰਹੋਗੇ, ਜਾਂ ਜੋ ਵੀ ਤੁਸੀਂ ਪਲਾਨ ਸ਼ੋ ਪ੍ਰੈਜ਼ੈਂਟ ਕੀਤਾ ਦੇ SOP 'ਚ ਉਹਦੀ ਕੀ ਐਕਸਪਲੇਨੇਸ਼ਨ ਦਿੱਤੀ ਆ ਤੁਸੀਂ। ਸੋ ਤੁਹਾਨੂੰ ਇੱਕ ਵਾਰੀ ਇਸ ਰਿਵੀਜ਼ਨ ਨਾਲ ਤੁਸੀਂ ਪ੍ਰੋਸੀਡ ਕਰਕੇ ਆਪਣੀ ਚੈੱਕਲਿਸਟ ਬਣਾ ਕੇ ਕਿ ਇਹ ਡਾਕੂਮੈਂਟਸ ਮੈਂ ਨਾਲ ਲਾਏ ਆ, ਉਹ ਸਾਰੇ ਡਾਕੂਮੈਂਟਸ ਤੁਸੀਂ ਕ੍ਰਾਸ ਚੈੱਕ ਕਰਕੇ ਨਾਲ ਲੈ ਕੇ ਜਾਓ। ਜੇ ਤੁਸੀਂ ਇਹ ਫਾਈਲਿੰਗ ਖੁਦ ਕੀਤੀ ਸੀ ਤਾਂ ਤੁਹਾਨੂੰ ਓਬਵੀਅਸ ਆ ਸਾਰੇ ਡਾਕੂਮੈਂਟੇਸ਼ਨ ਦੀ ਨੌਲੇਜ ਹੋਣੀ ਆ। ਜੇ ਤੁਸੀਂ ਇਹ ਫਾਈਲਿੰਗ ਕਿਸੇ ਦੀ ਹੈਲਪ ਲਈ ਸੀ, ਲੈਟਸ ਸੇ ਕਿਸੇ ਏਜੰਟ ਦੀ ਹੈਲਪ ਲਈ ਸੀ ਜਾਂ ਕਿਸੇ IRCC ਦੇ ਰੈਪਰੈਜ਼ੈਂਟੇਟਿਵ ਦੀ ਜੋ ਹੈਲਪ ਲਈ ਸੀਗੀ, ਤਾਂ ਤੁਸੀਂ ਉਹਨਾਂ ਤੋਂ ਇਹ ਸਾਰੇ ਡਾਕੂਮੈਂਟਸ ਲੈ ਸਕਦੇ ਹੋ। ਐਂਡ ਕ੍ਰਾਸ ਚੈੱਕ ਕਰਿਓ, ਕਿਉਂਕਿ ਬਹੁਤ ਵਾਰ ਇਹ ਹੁੰਦਾ ਕਿ ਜੋ ਡਾਕੂਮੈਂਟਸ ਤੁਸੀਂ ਸਾਰੇ ਸਬਮਿਟ ਕੀਤੇ ਹੁੰਦੇ ਉਹ ਸਾਰੇ ਡਾਕੂਮੈਂਟਸ ਅੱਗੇ ਐਮਬੈਸੀ ਦੇ ਵਿੱਚ ਸਬਮਿਟ ਨਹੀਂ ਹੋਏ ਹੁੰਦੇ। ਦੇਰ ਕੁਡ ਬੀ ਸਰਟਨ ਰੀਜ਼ਨ। ਸੋ ਮੇਕ ਸ਼ੋਰ ਕਿ ਤੁਸੀਂ ਇੱਕ ਅਜ਼ੰਪਸ਼ਨ ਦੇ ਵਿੱਚ ਨਾ ਜਾਓ ਕਿ ਜਿਹੜੇ ਡਾਕੂਮੈਂਟਸ ਤੁਸੀਂ ਦਿੱਤੇ ਆ ਉਹੀ ਗਾਂ ਅੱਗੇ ਤੁਹਾਡੀ ਫਾਈਲਿੰਗ ਦੇ ਵਿੱਚ ਵੀ ਲੱਗੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਡਾਕੂਮੈਂਟਸ ਤੁਹਾਡੀ ਫਾਈਲਿੰਗ 'ਚ ਲੱਗੇ ਸੀਗੇ, ਕਿਹੜੇ ਨਹੀਂ ਲੱਗੇਗੇ। ਉਸ ਤੋਂ ਬਾਅਦ ਇੱਕ ਫਾਰਮ ਆ ਜਾਂਦਾ ਜਿਹਨੂੰ ਆਪਾਂ ਕਹਿੰਦੇ IMM 5476। ਸੋ IMM 5476 ਨੂੰ ਆਪਾਂ ਯੂਜ਼ ਆਫ ਰੈਪਰੈਜ਼ੈਂਟੇਟਿਵ ਫਾਰਮ ਵੀ ਕਹਿ ਦਿੰਦੇ ਹਾਂ। ਇਸ ਫਾਰਮ ਦਾ ਕੀ ਪਰਪਸ ਹੁੰਦਾ, ਕਿਹੜੇ ਕੇਸਿਸ ਦੇ ਵਿੱਚ ਇਹ ਫਾਰਮ ਲਗਾਉਣਾ ਪੈਂਦਾ, ਸੋ ਉਹ ਐਕਸਪਲੇਨ ਕਰਦੇ ਹਾਂ। ਲੈਟਸ ਸੇ ਜੇ ਤਾਂ ਤੁਸੀਂ ਆਪਣੀ ਫਾਈਲਿੰਗ ਖੁਦ ਲਗਾਈ ਸੀਗੀ, A to Z ਸਾਰੀ ਡਾਕੂਮੈਂਟੇਸ਼ਨ SOP ਸਭ ਕੁਝ ਖੁਦ ਕੀਤਾ, ਤੁਹਾਨੂੰ ਇਸ ਫਾਰਮ ਦੀ ਲੋੜ ਨਹੀਂ ਗੀ, ਨਾ ਹੀ ਤੁਸੀਂ ਇਹ ਫਾਰਮ ਲਗਾਇਆ ਹੋਣਾ, ਨਾ ਹੀ ਤੁਹਾਨੂੰ ਇਹ ਨਾਲ ਲੈ ਕੇ ਜਾਣ ਦੀ ਲੋੜ ਆ। ਬਟ ਜੇ ਤੁਸੀਂ ਕਿਸੇ ਦੀ ਹੈਲਪ ਲਈ ਸੀਗੀ ਇਸ ਫਾਰਮ ਦੇ ਵਿੱਚ, ਚਾਹੇ ਤਾਂ ਉਹ ਕੋਈ ਵੀ ਤੁਹਾਡੇ ਫੈਮਿਲੀ ਮੈਂਬਰ ਸੀ ਜਾਂ ਕੋਈ ਫਰੈਂਡ ਸੀ ਜਾਂ ਕੋਈ ਏਜੰਟ ਸੀ ਜਾਂ ਫਿਰ ਕੋਈ ਆਥੋਰਾਈਜ਼ਡ ਰੈਪਰੈਜ਼ੈਂਟੇਟਿਵ ਸੀ, ਜੇ ਤੁਸੀਂ RCIC ਤੋਂ ਲਗਵਾਈ ਆ ਫਾਈਲ ਤਾਂ ਉਹਨਾਂ ਨੇ ਉਹ ਫਾਰਮ ਜ਼ਰੂਰ ਲਗਾਇਆ ਹੋਣਾ, ਸਾਈਨ ਕੀਤੇ ਹੋਣੇ ਆ, ਤੁਸੀਂ ਵੀ ਸਾਈਨ ਕੀਤੇ ਹੋਣੇ ਉਸ ਫਾਰਮ ਦੇ ਉੱਤੇ। ਸੋ ਇਸ ਫਾਰਮ ਦੇ ਵਿੱਚ ਦੋ ਕਾਲਮਸ ਹੁੰਦੇ ਆ। ਫਸਟ ਹੁੰਦਾ ਅਨਕੰਪਨਸੇਟਿਡ ਕਿ ਤੁਸੀਂ ਕਿਸੇ ਤੋਂ ਹੈਲਪ ਲਈ, ਚਾਹੇ ਫੈਮਿਲੀ ਮੈਂਬਰ ਫਰੈਂਡ ਆ ਕੋਈ ਵੀ ਆ, ਤੁਸੀਂ ਉਹਨਾਂ ਨੂੰ ਕੋਈ ਮਨੀ ਜਾਂ ਕੋਈ ਵੀ ਉਹਨਾਂ ਦੇ ਸਰਵਿਸ ਚਾਰਜਿਸ ਜਾਂ ਉਹਨਾਂ ਦੀ ਹੈਲਪ ਰਿਲੇਟਿਡ ਕੋਈ ਵੀ ਉਹਨਾਂ ਨੂੰ ਪ੍ਰਾਈਸ ਜਾਂ ਪੈਸੇ ਨਹੀਂ ਪੇ ਕਰ ਰਹੇ। ਦੂਸਰਾ ਹੁੰਦਾ ਆਪਸ਼ਨ ਕਿ ਤੁਸੀਂ RCIC ਜਾਂ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਤੋਂ ਤੁਸੀਂ ਫਾਈਲ ਲਗਾਈ ਆ, ਉਹਨਾਂ ਦੇ ਸਰਵਿਸਿਜ਼ ਦੇ ਤੁਸੀਂ ਉਹਨਾਂ ਨੂੰ ਪੈਸੇ ਪੇ ਕਰ ਰਹੇ ਹੋ, ਪੇਮੈਂਟ ਕਰ ਰਹੇ ਹੋ, ਜੋ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਆ, ਅਤੇ ਤੁਹਾਡੀ ਬਿਹਾਫ 'ਤੇ ਉਹ IRCC ਅੱਗੇ ਤੁਹਾਨੂੰ ਰੈਪਰੈਜ਼ੈਂਟ ਕਰ ਰਹੇ ਆ। ਸੋ ਇਸ ਕੇਸ ਦੇ ਵਿੱਚ ਉਹ ਫਾਰਮ ਰਿਲੇਟਿਡ ਰਿਕੁਆਇਰਡ ਹੁੰਦਾ, ਐਂਡ ਸਾਰੀ ਇਨਫੋਰਮੇਸ਼ਨ ਦੇ ਵਿੱਚ ਇਹ ਮੈਂਸ਼ਨਡ ਹੁੰਦਾ ਕਿ IRCC ਜੋ ਮੈਂਬਰ ਹੈ ਉਹ ਤੁਹਾਨੂੰ ਰੈਪਰੈਜ਼ੈਂਟ ਕਰ ਰਿਹਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਚਾਹੇ ਉਹ ਫਿਰ ਤੁਹਾਡੀ SOP ਕਿਉਂ ਨਾ ਹੋਵੇ। ਉਹਦੇ ਵਿੱਚ ਲਿਖਿਆ ਜਾਂਦਾ ਕਿ I am the representative ਅਤੇ ਮੇਰੇ ਕਲਾਇੰਟ ਇਸ ਕਰਕੇ ਸਟੱਡੀ ਕਰਨ ਆਉਣਾ ਚਾਹੁੰਦੇ ਆ, ਸਾਰੀਆਂ ਡਿਟੇਲਸ ਦਿੱਤੀਆਂ ਹੁੰਦੀਆਂ। ਸੋ ਇਸ ਲਈ ਇਸ ਚੀਜ਼ ਨੂੰ ਤੁਸੀਂ ਕਲੀਅਰ ਕਰਕੇ ਚੱਲਿਓ ਕਿ ਕੀ ਤੁਹਾਡੀ ਕੇਸ ਸਿਨੈਰੀਓ ਦੇ ਵਿੱਚ IMM 5476 ਰਿਕੁਆਇਰਡ ਹੈ ਜਾਂ ਨਹੀਂ ਹੈ, ਕਿਉਂਕਿ ਜੇ ਤੁਹਾਨੂੰ ਉੱਥੇ ਕੁਐਸਚਨ ਕਰ ਲਿੱਤਾ ਜਾਂਦਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਦਾ ਆਨਸਰ ਕੀ ਹੋਣਾ ਚਾਹੀਦਾ, ਐਂਡ ਤੁਸੀਂ ਉਸ ਦੀ ਕਲੈਰੀਫਿਕੇਸ਼ਨ ਦੇ ਸਕੋ। ਐਂਡ ਉਸ ਤੋਂ ਬਾਅਦ ਇੱਕ ਵਨ ਆਫ ਦਾ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ, ਜਦੋਂ ਤੁਸੀਂ ਉੱਥੇ ਇੰਟਰਵਿਊ ਲਈ ਜਾਓਗੇ, ਇੰਟਰਵਿਊ ਈਜ਼ੀ ਆ ਜਾਂ ਡਿਫੀਕਲਟ ਆ, ਦੈਟ ਵਿਲ ਟੋਟਲੀ ਡਿਪੈਂਡ ਕਿ ਤੁਹਾਡੀ ਪ੍ਰੈਪਰੇਸ਼ਨ ਕਿੰਨੀ ਆ ਤੁਹਾਡੀ ਇੰਟਰਵਿਊ ਲਈ। ਲੈਟਸ ਸੇ ਜੇ ਤੁਸੀਂ ਉਸ ਦੀ ਜੋ ਤੁਹਾਡੀ ਇੰਟਰਵਿਊ ਆ ਉਹਦੀ ਥੋਰਲੀ ਪ੍ਰੈਪਰੇਸ਼ਨ ਕਰਕੇ ਜਾਂਦੇ ਹੋ, ਤੁਸੀਂ ਕੁਛ ਦਿਨ ਪਹਿਲਾਂ ਆਪਣੀ ਲੈਂਗੁਏਜ 'ਤੇ ਵਰਕ ਕਰਨਾ ਸਟਾਰਟ ਕਰ ਦਿੰਦੇ ਹੋ, ਆਪਣੇ ਡਾਕੂਮੈਂਟਸ ਨੂੰ ਔਰਗਨਾਈਜ਼ ਕਰਨਾ ਸਟਾਰਟ ਕਰ ਦਿੰਦੇ ਹੋ, ਤਾਂ ਕਿ ਤੁਹਾਨੂੰ ਪਤਾ ਹੋਵੇ ਕਿਹੜਾ ਡਾਕੂਮੈਂਟ ਤੁਸੀਂ ਕਿਹੜੇ ਸੀਕੁਐਂਸ 'ਚ ਰੱਖਿਆ, ਕਿੱਥੇ ਪਿਆ, ਰਾਈਟ। ਓਰੀਜਨਲ ਡਾਕੂਮੈਂਟਸ ਤੁਸੀਂ ਸਾਰੇ ਨਾਲ ਲੈ ਕੇ ਜਾਣੇ ਹੋਣਗੇ, ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਜਾਂ ਹੋਰ ਵੀ ਕੋਈ ਵੀ ਡਾਕੂਮੈਂਟ ਹੋਊਗਾ।
ਐਂਡ ਤੁਹਾਨੂੰ ਥੋਰੋਲੀ ਪਤਾ ਤੁਹਾਡੇ ਕੇਸ ਸਿਨੈਰੀਓ ਬਾਰੇ, ਜੋ ਵੀ ਤੁਹਾਡੇ ਫਾਰਮਸ ਉਹਨਾਂ ਨੂੰ ਥੋਰੋਲੀ ਪੜ੍ਹ ਕੇ ਜਾਇਓ ਕਿ ਕੀ ਤੁਸੀਂ ਕਿੱਥੇ ਕੀ ਆਨਸਰ ਕੀਤਾ ਹੋਇਆ, ਕਿਉਂ ਆਨਸਰ ਕੀਤਾ ਹੋਇਆ ਹੈਗਾ, ਕੀ ਇਨਫੋਰਮੇਸ਼ਨ ਤੁਸੀਂ ਡਿਸਕਲੋਜ਼ ਕੀਤੀ ਹੋਈ ਆ। ਸੋ ਜੇ ਤੁਹਾਡੀ ਉਹ ਸਾਰੀ ਇਨਫੋਰਮੇਸ਼ਨ, ਸਾਰੀ ਜੋ ਫਾਈਲਿੰਗ ਆ ਤੁਹਾਡੀ ਉਹ ਥੋਰੋਲੀ ਪ੍ਰੀਪੇਅਰਡ ਕਰਕੇ ਤੁਸੀਂ ਫਿਰ ਇੰਟਰਵਿਊ ਲਈ ਜਾਂਦੇ ਹੋ ਤਾਂ ਡੈਫੀਨੇਟਲੀ ਜੋ ਇੱਕ ਇੰਟਰਵਿਊ ਹੋਊਗੀ ਉਹ ਤੁਹਾਡੇ ਲਈ ਈਜ਼ੀ ਰਹਿਣੀ ਆ। ਬਟ ਲੈਟਸ ਸੇ ਜੇ ਤੁਸੀਂ ਜ਼ਿਆਦਾ ਪ੍ਰੈਪਰੇਸ਼ਨ ਨਹੀਂ ਕਰ ਰਹੇ ਜਾਂ ਜ਼ਿਆਦਾ ਧਿਆਨ ਨਹੀਂ ਦਿੰਦੇ ਆਪਣੀ ਐਪਲੀਕੇਸ਼ਨ ਦੇ ਉੱਪਰ, ਤਾਂ ਦੇਰ ਆਰ ਮੋਰ ਚਾਂਸਿਸ ਕਿ ਉਹ ਇੰਟਰਵਿਊ ਤੁਹਾਡੇ ਲਈ ਡਿਫਿਕਲਟ ਹੋ ਸਕਦੀ ਆ। ਕਿਉਂਕਿ ਟੇਕ ਐਨ ਐਗਜ਼ਾਮਪਲ ਕਿ ਜੇ ਤੁਹਾਡਾ ਫਸਟ ਜੋ ਕੁਐਸਚਨ ਆਫਿਸਰ ਤੁਹਾਨੂੰ ਪੁੱਛਦੇ ਆ ਤਾਂ ਉਹ ਆਨਸਰ ਤੁਸੀਂ ਨਹੀਂ ਕਰ ਪਾਉਂਦੇ, ਹੁਣ ਤੁਹਾਡੇ ਮਨ ਦੇ ਵਿੱਚ ਇੱਕ ਪੈਨਿਕ ਜਨਰੇਟ ਹੋਣ ਲੱਗ ਜਾਣਾ ਕਿ ਓਕੇ ਉਹਨਾਂ ਨੇ ਸੈਕੰਡ ਕੁਐਸਚਨ ਪੁੱਛਿਆ, ਉਹ ਵੀ ਸ਼ਾਇਦ ਤੁਸੀਂ ਆਨਸਰ ਕਰਤਾ ਜਾਂ ਨਹੀਂ ਕਰਤਾ, ਬਟ ਥਰਡ ਕੁਐਸਚਨ ਵੇਲੇ ਡੈਫੀਨੇਟਲੀ ਤੁਹਾਡੇ ਮਨ 'ਚ ਇਹ ਆ ਜਾਂਦਾ ਕਿ ਹੁਣ ਮੇਰਾ ਸ਼ਾਇਦ ਇਹ ਰਿਫਿਊਜ਼ਲ ਹੀ ਲਾਉਣਗੇ ਕਿਉਂਕਿ ਮੈਂ ਪਹਿਲੇ 2 ਕੁਐਸਚਨਸ ਦੇ ਆਨਸਰ ਸਹੀ ਨਹੀਂ ਦਿੱਤੇ ਜਾਂ ਸੈਟੀਸਫੈਕਟਰੀ ਆਨਸਰ ਨਹੀਂ ਦਿੱਤੇ ਜਾਂ ਮੇਰੇ ਕੋਲ ਇਨਫੋਰਮੇਸ਼ਨ ਮੈਨੂੰ ਯਾਦ ਨਹੀਂ ਉਸ ਰਿਲੇਟਿਡ। ਸੋ ਇਸ ਕਰਕੇ ਜੇ ਤੁਸੀਂ ਪ੍ਰੀਪੇਅਰਡ ਹੋਵੋਗੇ ਤਾਂ ਤੁਹਾਡੇ ਕੋਲ ਇੱਕ ਕੌਨਫੀਡੈਂਸ ਵੀ ਹੋਊਗਾ, ਇੱਕ ਕਾਮਨੈਸ ਵੀ ਹੋਊਗੀ ਐਂਡ ਤੁਸੀਂ ਕੋਈ ਵੀ ਕੁਐਸਚਨਸ ਨੂੰ ਬੜੇ ਆਰਾਮ ਨਾਲ ਆਨਸਰ ਕਰ ਸਕੋਗੇ। ਐਂਡ ਆਫਿਸਰ ਦਾ ਮੋਟਿਵ ਵੀ ਇਹੀ ਹੁੰਦਾ ਕਿ ਜੋ ਕੁਐਸਚਨਸ ਪੁੱਛ ਰਹੇ ਆ ਤੁਸੀਂ ਉਹਨਾਂ ਦੇ ਆਨਸਰਸ ਉਹਨਾਂ ਨੂੰ ਕਲੀਅਰਲੀ ਦੇ ਸਕੋ। ਤੁਹਾਨੂੰ ਉਹ ਉਲਝਾਉਣਾ ਜਾਂ ਤੁਹਾਨੂੰ ਕਨਫਿਊਜ਼ ਕਰਨਾ ਨਹੀਂ ਚਾਹੁੰਦੇ, ਬਟ ਦੇ ਵਾਂਟ ਟੂ ਗੈਟ ਦ ਰਾਈਟ ਇਨਫੋਰਮੇਸ਼ਨ। ਸੋ ਇਸ ਕਰਕੇ ਜੋ ਵੀ ਸਹੀ ਇਨਫੋਰਮੇਸ਼ਨ ਹੋਗੀ ਉਹਨਾਂ ਨੂੰ ਤੁਸੀਂ ਪ੍ਰੈਜ਼ੈਂਟ ਕਰ ਦਿਓ। ਆਪਣੇ ਜੇ ਤੁਹਾਡੇ ਕੋਲ ਡਾਕੂਮੈਂਟ ਪ੍ਰੂਫ ਹੋਊਗਾ ਡਾਕੂਮੈਂਟ ਪ੍ਰੂਫ ਨਾਲ ਪ੍ਰੈਜ਼ੈਂਟ ਕਰਿਓ, ਬਟ ਆਪਣੀ ਜੋ ਇੰਟਰਵਿਊ ਉਹਦੇ ਲਈ ਜੋ ਪ੍ਰੈਪਰੇਸ਼ਨ ਆ ਉਹ ਬਹੁਤ ਜ਼ਿਆਦਾ ਮੈਟਰ ਕਰੂਗੀ। ਉਹੀ ਉਹਦੇ 'ਤੇ ਡਿਪੈਂਡ ਹੋਊਗਾ ਕਿ ਤੁਹਾਡੀ ਜੋ ਇੰਟਰਵਿਊ ਆ ਉਹ ਈਜ਼ੀ ਹੈ ਜਾਂ ਉਹ ਡਿਫਿਕਲਟ ਹੈ। ਐਂਡ ਵਨ ਆਫ ਦਾ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ, ਜਦੋਂ ਤੁਹਾਡੀ ਇੰਟਰਵਿਊ ਈਵਨ ਡਨ ਹੋ ਗਈ, ਆਫਟਰ ਦਾ ਇੰਟਰਵਿਊ ਜਦੋਂ ਤੁਸੀਂ ਬਾਹਰ ਵੀ ਆ ਜਾਂਦੇ ਹੋ ਜਾਂ ਡਿਊਰਿੰਗ ਯੋਰ ਇੰਟਰਵਿਊ, ਤੁਹਾਨੂੰ ਹੋ ਸਕਦਾ ਐਂਡ ਮੈਜੋਰਿਟੀ ਆਫ ਕੇਸਿਸ ਦੇ ਵਿੱਚ ਇਹ ਚੀਜ਼ ਕੁਐਸਚਨ ਕੀਤੀ ਜਾਂਦੀ ਹੈ ਜਾਂ ਕਿਹਾ ਜਾਂਦਾ ਕੰਸੈਂਟ ਲਿਆ ਜਾਂਦਾ ਤੁਹਾਡੇ ਤੋਂ। ਜ਼ਿਆਦਾਤਰ ਇਹ ਕੰਸੈਂਟ ਇੱਕ ਵਰਬਲ ਕੰਸੈਂਟ ਹੁੰਦਾ ਕਿ ਜੋ ਵੀ ਇਨਫੋਰਮੇਸ਼ਨ ਇੱਥੇ ਡਿਸਕਸ ਹੋਊਗੀ ਡਿਊਰਿੰਗ ਦਾ ਇੰਟਰਵਿਊ, ਜੋ ਵੀ ਕੁਐਸਚਨਸ ਕੀਤੇ ਜਾਣਗੇ ਤੁਹਾਨੂੰ ਜਾਂ ਜੋ ਵੀ ਤੁਸੀਂ ਆਨਸਰਸ ਦਿਓਗੇ, ਇਹ ਟੋਟਲੀ ਕੌਨਫੀਡੈਂਸ਼ੀਅਲ ਰਹਿਣਗੇ। ਤੁਸੀਂ ਬਾਹਰ ਜਾ ਕੇ ਕਿਸੇ ਨੂੰ ਵੀ ਡਿਸਕਲੋਜ਼ ਨਹੀਂ ਕਰੋਗੇ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਇੰਟਰਵਿਊ ਤੋਂ ਬਾਅਦ ਵਾਪਸ ਜਿਵੇਂ ਆ ਜਾਂਦੇ ਹੋ, ਤੁਸੀਂ ਆਪਣੇ ਬੈਕ ਹੋਮ ਆ ਜਾਂਦੇ ਹੋ, ਤਾਂ ਇਟਸ ਓਬਵੀਅਸ ਹੈ ਕਿ ਤੁਹਾਨੂੰ ਬਹੁਤ ਲੋਕ ਪੁੱਛਣਗੇ ਕੀ ਕੁਐਸਚਨ ਸੀਗੇ, ਜਾਂ ਤੁਸੀਂ ਇੱਕ ਵੀਡੀਓ ਬਣਾ ਦਿੰਦੇ ਹੋ ਉਹਦੇ ਉੱਤੇ ਜਾਂ ਕੁਛ ਵੀ ਕਰ ਦਿੰਦੇ ਹੋ। ਤੁਹਾਨੂੰ ਇਸੇ ਚੀਜ਼ ਦਾ ਇੱਕ ਧਿਆਨ ਰੱਖਣਾ ਹੋਊਗਾ ਕਿਉਂਕਿ ਤੁਸੀਂ ਜਦੋਂ IRCC ਨੂੰ ਇੱਕ ਕੰਸੈਂਟ ਦਿੱਤਾ ਕਿ ਤੁਸੀਂ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰੋਗੇ, ਤੇ ਹੁਣ ਤੁਸੀਂ ਉਹ ਬਰੀਚ ਕਰ ਰਹੇ ਹੋ ਜੋ ਤੁਸੀਂ ਕੰਸੈਂਟ ਦਿੱਤਾ ਸੀਗਾ, ਕਿਉਂਕਿ ਤੁਸੀਂ ਇਨਫੋਰਮੇਸ਼ਨ ਡਿਸਕਲੋਜ਼ ਕਰ ਰਹੇ ਹੋ। ਸੋ ਇੱਕ ਬਹੁਤ ਇੰਪੋਰਟੈਂਟ ਹੋਊਗਾ, ਤੁਸੀਂ ਈਵਨ ਤੁਹਾਡਾ ਵੀਜ਼ਾ ਵੀ ਆ ਜਾਂਦਾ ਬਾਅਦ ਦੇ ਵਿੱਚ ਵੀ ਤੁਸੀਂ ਡਿਸਾਈਡ ਕਰਨਾ, ਕਿਉਂਕਿ ਬਹੁਤ ਕ੍ਰਿਟੀਕਲ ਤੁਹਾਡੀ ਫਾਈਲ ਲਈ ਇਹ ਚੀਜ਼ ਇਨਫੋਰਮੇਸ਼ਨ ਹੋ ਸਕਦੀ ਹੈ ਕਿ ਤੁਸੀਂ ਕਿੱਥੋਂ ਤੱਕ ਇਨਫੋਰਮੇਸ਼ਨ ਡਿਸਕਲੋਜ਼ ਕਰਨੀ ਹੈ, ਕਿੱਥੋਂ ਤੱਕ ਨਹੀਂ ਡਿਸਕਲੋਜ਼ ਕਰਨੀ। ਜੇ ਤੁਸੀਂ ਇਹ ਕੰਸੈਂਟ ਦਿੱਤਾ ਸੀ ਤਾਂ ਤੁਸੀਂ ਉਸ ਦੇ ਇਫੈਕਟਸ ਕੀ ਹੋ ਸਕਦੇ ਜੇ ਤੁਸੀਂ ਉਹ ਕੰਸੈਂਟ ਨੂੰ ਬ੍ਰੇਕ ਕਰਦੇ ਹੋ ਤਾਂ। ਸੋ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ, ਆਪਣੀ ਸਾਰੀ ਫੁੱਲ ਪ੍ਰਿਪਰੇਸ਼ਨ ਨਾਲ ਜਾਓ। ਬਾਕੀ ਜੇ ਤੁਹਾਨੂੰ ਕੋਈ ਵੀ ਕੁਐਸਚਨਸ ਆ, ਕੋਈ ਵੀ ਡਾਊਟਸ ਆ, feel free to contact our given numbers ਜਾਂ ਤੁਸੀਂ ਸਾਨੂੰ ਮੈਸੇਜ ਡ੍ਰੌਪ ਕਰ ਦਿਓ ਐਂਡ ਵਿਲ ਟਰਾਈ ਆਵਰ ਬੈਸਟ ਕਿ ਜੋ ਵੀ ਤੁਹਾਡੇ ਕੁਐਸਚਨਸ ਆ ਉਹਨਾਂ ਨੂੰ ਐਜ਼ ਮਚ ਐਜ਼ ਡੀਟੇਲ ਦੇ ਵਿੱਚ ਅਸੀਂ ਆਨਸਰ ਕਰ ਸਕੀਏ। ਕੋਈ ਵੀ ਤੁਹਾਡੀਆਂ ਕੁਐਰੀਜ਼ ਹੋਣੀਆਂ, ਵਿਲ ਟਰਾਈ ਟੂ ਆਨਸਰ ਆਲ ਦੋਜ਼। ਸੋ ਗੁੱਡ ਲੱਕ ਵਿਦ ਆਲ ਦ ਇੰਟਰਵਿਊਜ਼ ਐਂਡ ਸਟੇ ਸੇਫ, ਟੇਕ ਕੇਅਰ।